ਕਿਸਾਨਾ ਸਾਹਿਬ ਇੱਕ ਮੈਨੂੰ ਇੱਥੇ ਦੀ ਗੱਲ ਬਹੁਤ ਵਧੀਆ ਲੱਗੀ ਆ। ਜਿਹੜੀ ਵੀ ਲੇਡੀਜ਼ ਦੇਖੀ ਹੈ, ਚਾਹੇ ਕੋਈ ਕੁੜੀ ਹੈ, ਚਾਹੇ ਬੁੜੀ ਹੈ, ਚਾਹੇ ਕੋਈ ਨੌਜਵਾਨ, ਹਰੇਕ ਦਾ ਸਿਰ ਢਕਿਆ ਹੋਇਆ। ਵਾਹ ਕਮਾਲ ਆ ਵੀ ਇੱਕਣ ਇਹ ਪਹਿਲੀ ਵਾਰ ਦੇਖੀ ਆ, ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਹਰੇਕ ਦਾ ਸਿਰ ਢਕਿਆ ਹੋਇਆ। ਪੰਜਾਬ ਪਾਕਿਸਤਾਨ ਬਹੁਤ ਵਧੀਆ ਲੱਗਿਆ ਜੀ। ਆਵਾਮ ਬਹੁਤ ਵਧੀਆ ਜੀ। ਈਵਨ ਸਿਕਿਉਰਿਟੀ ਦੇ ਤੇ ਕੋਈ ਸਿਫਤ ਨਹੀਂ ਹੈ ਕਰਨੇ ਨੂੰ। ਸਿਕਿਉਰਿਟੀ ਇੰਨੀ ਵਧੀਆ ਹੈ। ਹਾਂਜੀ ਇੱਥੋਂ ਦੀ ਸਿਕਿਉਰਿਟੀ ਵੀ ਬਹੁਤ ਅੱਛੀ ਹੈ, ਇੰਤਜ਼ਾਮ ਵੀ ਬਹੁਤ ਸੋਹਣਾ ਹੈ ਤੇ ਬੰਦੇ ਵੀ ਮਿਲਣਸਾਰ ਨੇ। ਅਸੀਂ ਚਾਹੁੰਦੇ ਹਾਂ ਕਿ ਬਾਰਡਰ ਖੁੱਲ ਜਾਣ ਤੇ ਅਸੀਂ ਸਾਰੇ ਇੱਕ ਹੋ ਜਾਈਏ, ਪਰ ਸਰਕਾਰਾਂ ਨਹੀਂ ਕਰਦੀਆਂ। ਵਪਾਰ ਦੇ ਸਾਡੇ ਵਿਚਾਰ ਇੱਕਣ ਨੇ ਜੀ। ਮਤਲਬ ਜੇ ਆਪਣੇ ਦੋਨਾਂ ਮੁਲਕਾਂ ਦੀ ਆਪਸ ਵਿੱਚ ਹੋ ਜੋ ਰਜਾਬੰਦੀ ਹੋ ਜਾਵੇ ਚੰਗੀ ਤਰ੍ਹਾਂ, ਵਪਾਰ ਖੁੱਲ ਜਾਣ ਤਾਂ ਇੱਧਰਲਿਆਂ ਨੂੰ ਵੀ ਮੌਜ ਆ, ਉੱਧਰਲੇ ਵਾਲੇ ਸਾਡੇ ਵਾਲੇ ਪਾਸਿਆਂ ਨੂੰ ਵੀ ਮੌਜ ਆ ਜੀ। ਇੱਧਰ ਜਿਹੜੀ ਮਹਿੰਗਾਈ ਆ, ਮਹਿੰਗਾਈ ਤੇ ਠੱਲ ਪੈ ਜਾਊਗੀ। ਜਿਹੜੇ ਹੁਣ 300 ਰੁਪਏ ਕਿਲੋ ਟਮਾਟਰ ਵਿਕ ਰਹੇ ਨੇ। ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਵੀ ਪਾਕਿਸਤਾਨ ਦੇ ਆਵਾਮ ਨੂੰ ਵੀਜ਼ਾ ਦੇਣ। ਉਹ ਵੀ ਆਪਣੇ ਪੁਰਖਿਆਂ ਦੇ ਪਿਛਲੇ ਪਿੰਡ ਜਾ ਕੇ ਦੇਖਣ। ਹਾਂਜੀ ਹਾਂ, ਸਾਡੇ ਮਨ ਦੇ ਵਿੱਚ ਵੀ ਚਾਹ ਵੀ ਅਸੀਂ ਚੌਲ ਆਰਡ ਕਰੀਏ, ਸਾਡੇ ਜਿਵੇਂ ਕਰਦੇ ਨੇ ਇੱਧਰ ਆਇਆਂ ਦੇ, ਵੀ ਅਸੀਂ ਵੀ ਉਹਨਾਂ ਦੇ ਚੌਲ ਆਰਡ ਕਰੀਏ, ਅਸੀਂ ਮਿਲੀਏ ਉਹਨਾਂ ਨੂੰ। असलामुअलैकुम, सत श्री अकाल, प्रणाम दोस्तों। मैं नासर किसाना और तुसी देख रहे हो चैनल एक पिंड पंजाब दा। साडे नाल चढ़दे पंजाब तो आए हुए प्राहुणे मौजूद आ, उन्हां नाल गलबात करदे हां जी। ते पहले आपां इन्हां नूं वैलकम करदे हां पाकिस्तान दी धरती ते जी। अपना नाम दसो जी। ਮੇਰਾ ਨਾਮ ਜੀ ਦਲਜੀਤ ਸਿੰਘ। अच्छा, ਹਾਂਜੀ ਕਿਹੜੀ ਜਗ੍ਹਾ ਤੋਂ ਆਏ? ਸ੍ਰੀ ਫਤਿਹਗੜ੍ਹ ਸਾਹਿਬ, ਚੜ੍ਹਦਾ ਪੰਜਾਬ। अच्छा जी। ਹਾਂਜੀ ਤੁਹਾਡਾ ਤਾਂ ਚੱਕਰ ਪਹਿਲੇ ਵੀ ਲੱਗਾ ਆ? ਹਾਂਜੀ ਹਾਂ, ਮੇਰਾ ਪਿਛਲੀ ਵਾਰ ਵੀ ਚੱਕਰ ਲੱਗਿਆ ਸੀਗਾ ਆਪਣੇ 2022 ਚ। ਅੱਛਾ ਜੀ। ਹਾਂਜੀ ਹਾਂਜੀ। ਸੁਣਾਓ ਕਿੱਦਾਂ ਲੱਗਦਾ ਪਾਕਿਸਤਾਨ ਆ? ਸਭ ਤੋਂ ਪਹਿਲਾਂ ਤਾਂ ਇੱਕ ਪਿੰਡ ਪੰਜਾਬ ਚੈਨਲ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਪਾਰਟੀਸ਼ਨ ਮੌਕੇ ਦੇ ਵਿਛੜੇ ਹੋਏ ਪਰਿਵਾਰ ਸੀ, ਜਿਹੜੇ ਉਹਨਾਂ ਦਾ ਮਿਲਾਪ ਕਰਾ ਰਹੇ ਨੇ। ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ, ਚੈਨਲ ਦਾ ਬਹੁਤ ਬਹੁਤ ਰਹਿਣੀ। ਹਾਂਜੀ ਪੰਜਾਬ ਪਾਕਿਸਤਾਨ ਬਹੁਤ ਵਧੀਆ ਲੱਗਿਆ ਜੀ। ਅੱਛਾ। ਆਵਾਮ ਬਹੁਤ ਵਧੀਆ ਜੀ। ਈਵਨ ਸਿਕਿਉਰਿਟੀ ਦੇ ਤੇ ਕੋਈ ਸਿਫਤ ਨਹੀਂ ਹੈ ਕਰਨੇ ਨੂੰ। ਸਿਕਿਉਰਿਟੀ ਇੰਨੀ ਵਧੀਆ ਹੈ। ਹਾਂਜੀ ਅਗਰ ਆਪਾਂ ਤਜਾਰਤ ਦੀ, ਵਪਾਰ ਦੀ ਗੱਲ ਕਰੀਏ ਤਾਂ ਤੁਹਾਡਾ ਕੀ ਖਿਆਲ ਆ, ਤੁਹਾਡੇ ਕੀ ਵਿਚਾਰ? ਵਪਾਰ ਦੇ ਸਾਡੇ ਵਿਚਾਰ ਇੱਕਣ ਨੇ ਜੀ। ਮਤਲਬ ਜੇ ਆਪਣੇ ਦੋਨਾਂ ਮੁਲਕਾਂ ਦੀ ਆਪਸ ਵਿੱਚ ਹੋ ਜੋ ਰਜਾਬੰਦੀ ਹੋ ਜਾਵੇ ਚੰਗੀ ਤਰ੍ਹਾਂ, ਵਪਾਰ ਖੁੱਲ ਜਾਣ ਤਾਂ ਇੱਧਰਲਿਆਂ ਨੂੰ ਵੀ ਮੌਜ ਆ, ਉੱਧਰਲੇ ਵਾਲੇ ਸਾਡੇ ਵਾਲੇ ਪਾਸਿਆਂ ਨੂੰ ਵੀ ਮੌਜ ਆ ਜੀ। ਇੱਧਰ ਜਿਹੜੀ ਮਹਿੰਗਾਈ ਆ, ਮਹਿੰਗਾਈ ਤੇ ਠੱਲ ਪੈ ਜਾਊਗੀ। ਜਿਹੜੇ ਹੁਣ 300 ਰੁਪਏ ਕਿਲੋ ਟਮਾਟਰ ਵਿਕ ਰਹੇ ਨੇ, 250 200 ਰੁਪਏ ਕਿਲੋ ਆਟਾ। ਆਪਣੇ ਕੀ ਰੇਟ ਆ ਟਮਾਟਰਾਂ ਦਾ? ਸਾਡੇ 30 ਰੁਪਏ ਕਿਲੋ ਜੀ, 40 ਰੁਪਏ ਕਿਲੋ। ਅੱਛਾ, 30 ਹਾਂਜੀ ਰੁਪਏ ਕਿਲੋ। 30 ਰੁਪਏ 40 ਰੁਪਏ ਕਿਲੋ ਜੀ। ਬਾਕੀ ਸਬਜ਼ੀਆਂ ਦਾ ਕੀ ਰੇਟ ਆ? ਬਾਕੀ ਜਿਵੇਂ ਸ਼ਿਮਲਾ ਮਿਰਚ ਹੋ ਗਈ 40 ਰੁਪਏ, ਪਿਆਜ਼ 25 ਰੁਪਏ, ਆਲੂ 20 ਰੁਪਏ। ਟਮਾਟਰ 10 ਰੁਪਏ ਹੈ ਜੀ। 10 ਰੁਪਏ 15 20 25 ਰੁਪਏ ਲੈਦਾ ਰੇਟ ਨੇ ਜੀ ਮੰਡੀਆਂ ਦੇ। ਹਾਂਜੀ 30-40 रुपए तो ऊपर नहीं है। जितना टमाटर 10 रुपए मिल जाएगा, 20 भी मिल जाएगा, 30 भी मिलेगा, 40 भी मिलेगा। 40 वाला टॉप दा होएगा एकदम। ਨਾਮ ਕੀ ਹੈ ਜੀ? दविंदर सिंह। ਤੁਸੀਂ ਵੀ इंडिया ਫਤਿਹਗੜ੍ਹ ਸਾਹਿਬ? नहीं, चंडीगढ़ तो। ਚੰਡੀਗੜ੍ਹ ਤੋਂ ਆਏ? ਤੁਹਾਡਾ ਤਾਂ ਫਿਰ ਇਲਾਕਾ ਵੈਸੇ ਵੀ ਮਹਿੰਗਾ ਆ। ਵੀਆਈਪੀ ਇਲਾਕਾ ਆ। नहीं, सारे वीआईपी है जी। गुरु नानक पातशाह की धरती, सारे ही वीआईपी है। ਆਪਣਾ ਲੜਨਾ ਨਹੀਂ ਨਾਲ? ਹਾਂਜੀ ਕੀ ਹਾਲ ਹੈ ਜੀ ਆਪਣਾ? ਬਹੁਤ ਸੋਹਣਾ ਜੀ। ਕੀ ਨਾਮ ਆਪਣਾ? ਜਸਵਿੰਦਰ ਕੌਰ। ਤੁਸੀਂ ਪਹਿਲੀ ਵਾਰੀ ਆਏ ਲੱਗਦਾ? ਹਾਂਜੀ ਅਸੀਂ ਪਹਿਲੀ ਵਾਰ ਨਹੀਂ ਡਰੇ ਨਹੀਂ ਹੈ ਜੀ। ਮੇਨ ਇਹ ਹੈ ਕਿ ਜਿਹੜੇ ਸਰ ਇੱਥੇ ਦੀ ਜਿਹੜੀ ਮੇਨ ਭੱਜ ਨੱਠ ਦੇ ਵਿੱਚ ਥੋੜਾ ਜਿਹਾ ਹੈ ਉਸ ਕਰਕੇ ਥੋੜੀ ਥਕਾਵਟ ਹੋਈ ਵੀ ਹੈ। ਅੱਛਾ, ਤੁਹਾਨੂੰ ਪਾਕਿਸਤਾਨ ਆ ਕੇ ਕਿਹੋ ਜਿਹਾ ਲੱਗਾ? ਬਹੁਤ ਸੋਹਣਾ। ਇੱਥੋਂ ਦੀ ਸਿਕਿਉਰਿਟੀ ਵੀ ਬਹੁਤ ਅੱਛੀ ਹੈ, ਇੰਤਜ਼ਾਮ ਵੀ ਬਹੁਤ ਸੋਹਣਾ ਹੈ ਤੇ ਬੰਦੇ ਵੀ ਮਿਲਣਸਾਰ ਨੇ। ਅਸੀਂ ਚਾਹੁੰਦੇ ਹਾਂ ਕਿ ਬਾਰਡਰ ਖੁੱਲ ਜਾਣ ਤੇ ਅਸੀਂ ਸਾਰੇ ਇੱਕ ਹੋ ਜਾਈਏ, ਪਰ ਸਰਕਾਰਾਂ ਨਹੀਂ ਕਰਦੀਆਂ। ਦੇਖ ਲਓ ਜੀ, ਆਵਾਮ ਦੀ ਖਾਸ਼ ਤਾਂ ਇਹੀ ਆ ਕਿ ਅਸੀਂ ਇੱਕ ਹੋ ਜਾਈਏ। ਬਾਰਡਰ ਖੁੱਲ੍ਹਣੇ ਚਾਹੀਦੇ ਨੇ ਅਸੀਂ ਆਈਏ ਜਾਈਏ। ਤੇ ਇਹ ਵੀਜ਼ੇ ਦਾ ਚੱਕਰ ਜਿਹੜਾ, ਜਾਂ ਤੇ ਫਿਰ ਵੀਜ਼ਾ ਪਰਮਾਨੈਂਟ ਦਿੱਤਾ ਜਾਵੇ, ਮਤਲਬ ਜਿਸ ਤਰ੍ਹਾਂ ਹੈ, ਮਤਲਬ 12 ਮਹੀਨੇ ਵੀਜ਼ਾ ਮਿਲੇ ਟਮਾਰਾਂ ਤੋਂ ਇਲਾਵਾ, ਤਾਂ ਕਿ ਰਸ਼ ਨਾ ਪਏ ਔਰ ਈਜ਼ੀਲੀ ਬੰਦਾ ਜਾ ਸਕੇ। ਆਪਣੇ ਮੁਲਕ ਲਈ ਤਾਂ ਔਨ ਅਰਾਈਵਲ ਵੀਜ਼ੇ ਦੀ ਸਹੂਲਤ ਹੋਣੀ ਚਾਹੀਦੀ। ਜਿਹੜਾ ਦਿੱਲੀ ਜਾ ਕੇ ਵੀਜ਼ਾ ਲਵਾਉਣਾ ਵੀ ਬਹੁਤ ਔਖਾ ਹੈ, ਲੰਬਾ ਪ੍ਰੋਸੈਸ ਆ। ਇਹ ਬਾਰਡਰ ਦੇ ਉੱਪਰ, ਅਟਾਰੀ ਦੇ ਉੱਪਰ ਹੀ ਲੱਗਣਾ ਚਾਹੀਦਾ ਈਜ਼ੀਲੀ, ਕੁਛ ਨਾ ਕੁਛ ਇਸ ਤਰ੍ਹਾਂ ਦਾ। ਇਹ ਜਿਹੜੀ ਗੱਲ ਹੈ ਤੁਸੀਂ ਚੈਨਲ ਦੇ ਮਾਧਿਅਮ ਨਾਲ ਅੱਗੇ ਉਹਨਾਂ ਨੂੰ ਪਹੁੰਚਾਓ ਵੀ। ਬਹੁਤ ਕਹੀਦਾ ਜੀ ਇਹ। ਅਸੀਂ ਇਸ ਏਜੰਡੇ ਔਰ ਦੀ ਗੱਲ ਕਰੀਏ। ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਵੀ ਪਾਕਿਸਤਾਨ ਦੇ ਆਵਾਮ ਨੂੰ ਵੀਜ਼ਾ ਦੇਣ। ਉਹ ਵੀ ਆਪਣੇ ਪੁਰਖਿਆਂ ਦੇ ਪਿਛਲੇ ਪਿੰਡ ਜਾ ਕੇ ਦੇਖਣ। ਹਾਂਜੀ ਹਾਂ, ਸਾਡੇ ਮਨ ਦੇ ਵਿੱਚ ਵੀ ਚਾਹ ਵੀ ਅਸੀਂ ਚੌਲ ਆਰਡ ਕਰੀਏ, ਸਾਡੇ ਜਿਵੇਂ ਕਰਦੇ ਨੇ ਇੱਧਰ ਆਇਆਂ ਦੇ, ਵੀ ਅਸੀਂ ਵੀ ਉਹਨਾਂ ਦੇ ਚੌਲ ਆਰਡ ਕਰੀਏ, ਅਸੀਂ ਮਿਲੀਏ ਉਹਨਾਂ ਨੂੰ, ਵੀ ਉਹਨਾਂ ਨੂੰ ਵੀਜ਼ੇ ਮਿਲਣ, ਅਜਮੇਰ ਸ਼ਰੀਫ ਜਾਣ, ਹੋਰ ਆਪਣੇ ਰੋਜ਼ਾ ਸ਼ਰੀਫ ਸਰਹੰਦ ਜਾਣ, ਦਰਸ਼ਨ ਕਰਨ ਜਾ ਕੇ।
ਜਾ ਪਾ ਰਹੇ ਹੈਗੇ ਆ, ਅੰਮ੍ਰਿਤਸਰ ਜਾਣਾ ਹੈਗਾ ਦਰਸ਼ਨ ਕਰਨ ਲਈ, ਹੈ ਕਿ ਨਹੀਂ? ਤੇ ਹਰ ਜਗ੍ਹਾ ਤੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਪਰਮਿਸ਼ਨ ਦਿੱਤੀ ਜਾਵੇ, ਪਰ ਇੱਧਰ ਦੀਆਂ ਸਰਕਾਰਾਂ ਨਹੀਂ ਦੇ ਰਹੀਆਂ ਹੈਗੀਆਂ। ਇਹ ਗਲਤ ਹੈ। ਉਹਨਾਂ ਨੂੰ ਜਿਵੇਂ ਇੱਧਰ ਦੀ ਜਿਹੜੇ ਆਵਾਮ ਹੈਗੇ ਉਹ ਦੇ ਰਹੀ ਹੈ, ਜਿਹੜੀ ਇੱਧਰ ਦੀ ਆਵਾਮ ਉਹਨਾਂ ਨੂੰ ਪਰਮਿਸ਼ਨ ਦੇ ਰਹੀ ਹੈ, ਅਸੀਂ ਚਾਹੁੰਦੇ ਹਾਂ ਕਿ ਉੱਧਰ ਦੀ ਆਵਾਮ ਵੀ ਇਹਨਾਂ ਨੂੰ ਦੇਵੇ। ਆਵਾਮ ਤਾਂ ਵਿਚਾਰੀ ਬਹੁਤ ਚਾਹੁੰਦੀ ਹੈ, ਆਵਾਮ ਤਾਂ ਗਿਆ ਦਾ ਚਾਲ ਆੜ ਵੀ ਬਹੁਤ ਕਰਦੀ, ਗਵਰਨਮੈਂਟ ਨਹੀਂ ਦੇ ਰਹੀ ਵੀ। ਪਰ ਗਵਰਨਮੈਂਟ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਜੀ, ਪਰ ਗਵਰਨਮੈਂਟ ਸੋਚਦੀ ਨਹੀਂ ਹੈਗੀ ਹੈ। ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇੱਥੋਂ ਦੇ ਬੰਦਿਆਂ ਨੂੰ ਉੱਧਰ ਭੇਜਿਆ ਜਾਏ, ਉੱਧਰ ਦੇ ਦਰਸ਼ਨ ਕਰਨ, ਹਰ ਬੰਦਿਆਂ ਦੇ ਨਾਲ ਤਾਲੁਕਾਤ ਵਧਣ ਮਿਲਣ ਦੇ ਨਾਲ ਇਸ ਚੀਜ਼ ਨਾਲ ਬਹੁਤ ਫਰਕ ਪੈਂਦਾ ਹੈ। ਹਾਂਜੀ, ਉਹੀ ਕਹਿ ਰਹੀ, ਇਸ ਚੀਜ਼ ਨਾਲ ਬਹੁਤ ਫਰਕ। ਅੱਛਾ ਬਾਈ ਜੀ, ਆਪਾਂ ਗੱਲ ਕਰਦੇ ਆਂ, ਵਪਾਰ ਤੋਂ ਗੱਲ ਸ਼ੁਰੂ ਹੋਈ ਸੀ। ਸਾਡੇ ਵਾਲ ਟਰੈਕਟਰ ਹੀ 38 ਲੱਖ ਦਾ ਹੋ ਗਿਆ ਆ, ਤੁਹਾਡੇ ਵਾਲ ਟਰੈਕਟਰ ਸਸਤੇ ਆ। ਹਾਂਜੀ ਹਾਂ, ਸਾਡੇ ਕਨੀ 12 ਲੱਖ 13 ਲੱਖ 8 ਲੱਖ 9 ਲੱਖ ਇਹ ਹਿਸਾਬ ਨਾਲ ਟਰੈਕਟਰ ਆਏ ਹਾਂਜੀ ਹਾਂਜੀ ਹਾਂ, ਵੱਖਰੇ ਵੱਖਰੇ ਮਾਡਲ ਦੇ ਮੁਤਾਬਕ ਜਦੋਂ ਵੱਖਰੇ ਵੱਖਰੇ ਜੀ। ਕਿਸਾਨਾ ਸਾਹਿਬ, ਇੱਕ ਮੈਨੂੰ ਇੱਥੇ ਦੀ ਗੱਲ ਬਹੁਤ ਵਧੀਆ ਲੱਗੀ ਹੈ। ਜਿਹੜੀ ਵੀ ਲੇਡੀਜ਼ ਦੇਖੀ ਹੈ, ਚਾਹੇ ਕੋਈ ਕੁੜੀ ਹੈ, ਚਾਹੇ ਬੁੜੀ ਹੈ, ਚਾਹੇ ਕੋਈ ਨੌਜਵਾਨ, ਹਰੇਕ ਦਾ ਸਿਰ ਢਕਿਆ ਹੋਇਆ। ਵਾਹ ਕਮਾਲ ਆ ਵੀ ਇੱਕਣ ਇਹ ਪਹਿਲੀ ਵਾਰ ਦੇਖੀ ਆ, ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਹਰੇਕ ਦਾ ਸਿਰ ਢਕਿਆ ਹੋਇਆ। रखे नहीं है इधर, ਅਸੀਂ ਜਿੱਥੇ ਵੀ ਦੇਖ ਗਏ ਆ। ਲੋਕਾਂ ਨੇ ਆਪਣੇ ਦੇਖੋ ਜੀ, ਹਾਂਜੀ ਪੰਜਾਬ ਦੀ ਧੀ ਜਿਹੜੀ ਹੈ ਕੋਈ ਵੀ ਆਪਣਾ ਸਿਰ ਨੰਗਾ ਨਹੀਂ ਕਰਦੀ ਹੈਗੀ। ਹਾਂਜੀ ਹਾਂਜੀ ਤੇ ਮਜ਼ਹਬ ਤੋਂ ਹਟ ਕੇ ਆਪਣੀ ਸਕਾਫਤ ਦਾ ਵੀ ਹਿੱਸਾ ਆਇਆ ਹੈ, ਹਾਂਜੀ 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 ਜਿਹੜਾ ਸਿਰ ਤੇ ਚੁੰਨੀ ਰੱਖਣੀ ਆ। ਹਾਂਜੀ 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 ਲੇਕਿਨ ਜਿਹੜੇ ਮਾਡਰਨ ਦੌਰ ਵਿੱਚ ਲੋਕ ਸ਼ਾਮਲ ਹੋ ਗਏ ਆ, ਹਾਂਜੀ, ਮਾਡਰਨ ਹਾਂਜੀ। ਕੀਤੀ ਜਾ ਸਕਦੀ ਜੀ, ਉਹ ਤਾਂ ਚੁੰਨੀ ਸ਼ਾਦ ਲੈਂਦੇ ਵੀ ਨਾ ਹੁਣ, ਮੋਢੇ ਤੇ ਵੀ ਨਾ। ਹਾਂਜੀ ਨਹੀਂ ਕਰ ਸਕਦੇ ਅਸੀਂ ਜੀ। ਇੱਕ ਜੀ ਆਪਣੇ ਇੱਧਰ ਲਹਿੰਦੇ ਪੰਜਾਬ ਵਾਲਿਆਂ ਨੇ ਆਪਣੀ ਵਿਰਾਸਤ ਬਹੁਤ ਸਾਂਭ ਕੇ ਰੱਖੀ ਹੋਈ ਹੈ। ਸਾਡੇ ਤਾਂ ਹੁਣ ਪੁਰਾਣੀਆਂ ਇਮਾਰਤਾਂ ਢਾਹ ਕੇ ਨਵੀਆਂ ਕੋਠੀਆਂ ਪਾਤੀਆਂ। ਆ ਲਾਹੌਰ ਦੇ ਵਿੱਚ ਜਾਈਦਾ ਹੈ, ਪੁਰਾਣੀਆਂ ਇਮਾਰਤਾਂ ਦੇਖੀ ਦੀਆਂ, ਰੂਹ ਖੁਸ਼ ਹੋ ਜਾਂਦੀ ਹੈ ਦੇਖ ਕੇ। ਹਾਂਜੀ ਹਾਂ, ਬਹੁਤ ਵਧੀਆ ਲਾਹੌਰ ਦੇ ਵਿੱਚ ਪੁਰਾਣੀਆਂ ਚੀਜ਼ਾਂ ਵਾਕਿਆ ਬਹੁਤ ਹੈ, ਬਹੁਤ ਵਧੀਆ ਨੇ ਜੀ। ਹਾਂਜੀ ਹਾਂ, ਦੇਖੋ ਜੀ, ਉਹ ਢਾਹ ਕੇ ਅਨਾਰਕਲੀ ਦੁਬਾਰਾ ਜਦੋਂ ਬਾਜ਼ਾਰ, ਬਣਾਉਣੀ ਹੈ ਹਾਂਜੀ। ਨਾ, ਉਹ ਢਾਹ ਕੇ ਜਦੋਂ ਦੁਬਾਰਾ ਬਣਾਣੀ ਆ, ਹਾਂਜੀ ਹਾਂਜੀ, ਉਹ ਚੀਜ਼ ਨਹੀਂ ਬਣਦੀ। ਹੈਗੀ। ਹੁਣ ਜਿਵੇਂ ਇੱਥੇ ਪਿੰਡਾਂ ਦੀ ਕਈ ਵਾਰ ਮੂਵੀ ਦੇਖਦੇ ਆ, ਉਹ ਘਰਾਂ ਦੇ ਉੱਤੇ ਤਖਤੀਆਂ ਲੱਗੀਆਂ ਹੋਈਆਂ, ਉੱਤੇ ਨਾਂ ਲਿਖੇ ਹੋਏ ਨੇ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ। ਹਾਂ, ਉਹਨਾਂ ਨੇ ਉਹੀ ਉਹ ਜਗ੍ਹਾ ਉਹਨੀ ਛੱਡੀ ਹੋਈ ਹੈ ਲੋਕਾਂ ਨੇ, ਉਹ ਲੋਕਾਂ ਨੇ ਉਹ ਨਹੀਂ ਛੱਡੀ ਹੈਗੀ। ਉਹ ਬਹੁਤ ਵਧੀਆ ਲੱਗਦਾ, ਜਾਨੀ ਬਹੁਤ। ਐਸੇ ਬੰਦੇ ਵੀ ਆ ਸਾਡੇ, ਮਨੀਰ ਹੁਸ਼ਿਆਰਪੁਰੀਆ ਬਾਈ ਜੀ, ਲਾਹੌਰ ਰਹਿੰਦੇ ਆ। ਉਹ ਇੱਕ ਰੋਡ ਤੋਂ ਗੁਜ਼ਰਦੇ ਹੁੰਦੇ ਸੀ, ਤੇ ਉਸ ਰੋਡ ਤੇ ਨਾ ਇਸ ਤਰ੍ਹਾਂ ਕਿਸੇ ਹਾਂਜੀ ਹਿੰਦੂ ਦਾ ਨਾਮ ਲਿਖਿਆ ਸੀ ਪਲੇਟ ਤੇ, ਹਾਂਜੀ ਹਾਂਜੀ ਜਾਂ ਸਿੱਖ ਦਾ ਸੀ ਜਾਂ ਹਿੰਦੂ ਦਾ ਸੀਗਾ, ਹੁਣ ਮੈਨੂੰ ਐਗਜ਼ੈਕਟ ਨਹੀਂ ਪਤਾ ਹੈਗਾ। ਹਾਂਜੀ। ਅੱਛਾ, ਉਹ ਇੱਕ ਦਿਨ ਗੁਜ਼ਰੇ ਤਾਂ ਉਹ ਜਿਹੜੀ ਬਿਲਡਿੰਗ ਢਾਹਤੀ। ਅੱਛਾ ਜੀ। ਉਹ ਉੱਥੇ ਰੁਕੇ, ਉਹਨਾਂ ਨੇ ਪੁੱਛਿਆ ਵੀ ਇਹਦੇ ਤੇ ਜਿਹੜੀ ਉਹ ਤਖਤੀ ਲੱਗੀ ਸੀਗੀ ਪੱਥਰ ਦੀ, ਉਹਨੂੰ ਆਪਣਾ ਕਤਬਾ ਕਹਿੰਦੇ ਆ, ਉਹ ਕਿੱਥੇ ਆ? ਹਾਂਜੀ। ਉਹਨੇ ਕਿਹਾ ਜੀ ਉਹ ਫਲਾਂ ਬੰਦਾ ਲੈ ਗਿਆ। ਅੱਛਾ ਜੀ। ਉਹ ਉਹਨਾਂ ਨੇ ਉਹਨਾਂ ਕੋਲ ਮਹਿੰਗੇ ਰੇਟ ਤੇ ਖਰੀਦ ਕੇ, ਅੱਜ ਵੀ ਉਹਨਾਂ ਦੇ ਘਰ ਪਈ ਹੈ। ਮੈਂ ਜਾ ਕੇ ਦੇਖ ਕੇ ਆਇਆ, ਅੱਜ ਵੀ ਉਹਨਾਂ ਦੇ ਘਰ ਪਈ ਆ। ਵਾਹ ਕਮਾਲ ਹੈ। ਕੀ ਲੈਣਾ ਸੀ ਉਹਨੇ ਉਹਦੇ ਵਿੱਚੋਂ? ਨਾ ਤੇ ਉਹਦੇ ਪਿਓ ਦੀ ਸੀ, ਨਾ ਦਾਦੇ ਦੀ ਹਾਂਜੀ ਸੀ, ਹਾਂਜੀ ਨਾ ਹਾਂਜੀ, ਉਹ ਵਿਰਾਸਤ, ਉਹ ਪਤਾ ਨਹੀਂ ਕਿਹੜੇ ਸਰਦਾਰ ਦੀ ਜਾਂ ਕਿਹੜੇ ਹਿੰਦੂ ਦੀ ਸੀਗੀ। ਉਹ ਆਪਣੇ ਜਿਵੇਂ ਪੁਰਖਿਆਂ ਦੀ ਲਾ ਲਓ, ਪੁਰਖਿਆਂ ਦੀ ਜਿਵੇਂ ਪੁਰਾਣੀ ਸਭ ਦੇ ਬੰਦੇ ਨੇ ਤਾਰੀਖ ਦਾ ਹਿੱਸਾ ਬਣਾਤਾ। ਹਾਂਜੀ, ਉਹ ਤਰੀਕੇ ਦਾ ਹਿੱਸਾ ਬਣਾਤਾ ਜੀ। ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਹੈ। ਪੈਸੇ ਖਰਚ ਕਰਕੇ ਉਹਦੀ ਸੰਭਾਲ ਕੀਤੀ, ਉਹਨੂੰ ਬੜੀ ਪੁੰਜ ਕੇ ਰੱਖਿਆ ਆ। ਹਾਂਜੀ ਹਾਂਜੀ, ਸਹੀ ਗੱਲ ਹੈ ਜੀ। ਤੁਸੀਂ ਕੀ ਕਹਿਣਾ ਚਾਹੋਗੇ ਜੀ ਬਾਈ ਜੀ? ਬਾਈ ਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਸੁੱਚਾ ਸਿੰਘ ਹੈ ਜੀ। ਅੱਛਾ, ਸੁੱਚਾ ਸਿੰਘ। ਮੇਰਾ ਚੜ੍ਹਦੇ ਪੰਜਾਬ ਤੋਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ ਨਵਾਂ ਸ਼ਹਿਰ। ਜੀ। ਪਿੰਡ ਕਿਹੜਾ ਆਪਣਾ? ਲੰਗੜੋਆ ਜੀ। ਕਿਸਾਨ ਸਾਹਿਬ ਉਹ ਵਾਏ ਕਰ ਰਹੇ ਨੇ। ਲੰਗੜੋਆ ਲੰਗੜੋਆ ਜੀ, ਬਹੁਤ ਵਧੀਆ ਲੱਗਾ ਜੀ ਇੱਥੇ ਆ ਕੇ। ਨਵਾਂ ਸ਼ਹਿਰ ਪਹਿਲੀ ਵਾਰ ਆਇਆ ਮੈਂ, ਹਾਂ। ਕੋਈ ਸ਼ਬਦ ਨਹੀਂ ਹੈਗੇ ਕਹਿਣ ਲਈ। ਅੱਛਾ, ਜਾਣ ਨਹੀਂ ਕਰਦਾ, ਲੇਕਿਨ ਕਰੇ ਜਾ ਕਮਰਾ ਨਾ ਲਿਆ ਮਿਲੇ ਨਾ ਪਤਾ ਕੀ ਕਰੇ। ਜਾਣਾ ਪਊਗਾ ਜੀ। ਨਾਨਕ ਦੇ ਘਰ ਆਏ ਆ, ਜਾਣ ਨੂੰ ਜੀ ਨਹੀਂ ਕਰਦਾ ਜੀ। ਹਾਂ ਵੀ ਰਾਹ ਵੀ ਬਾਰਡਰ ਖੁੱਲ ਜਾਣ ਜੀ, ਮਤਲਬ ਆਪਣੇ ਬੀਜੇ ਬੂਜੇ ਦਾ ਕੋਈ ਚੱਕਰ ਚੱਲੇ ਨਾ ਜੀ, ਚੱਕਰ ਕੋਈ। ਸਾਡਾ ਮਨ ਕਈ ਵਾਰ ਇਮੋਸ਼ਨਲ ਹੋ ਜਾਂਦਾ ਜੀ। ਜੀ। ਭਾਜੀ, ਅਸੀਂ ਕਹਿੰਦੇ ਆ ਕਿ ਔਨ ਅਰਾਈਵਲ ਵੀਜ਼ਾ ਹੋਵੇ ਔਰ ਆਈਡੀ ਕਾਰਡ ਤੇ ਹੋਵੇ। ਪਾਸਪੋਰਟ ਵੀ ਹਰ ਬੰਦਾ ਨਹੀਂ ਬਣਾ ਸਕਦਾ। ਹਾਂਜੀ ਹਾਂਜੀ, ਨਹੀਂ ਬਣਾ ਸਕਦਾ। ਸਾਡੇ ਅਸੀਂ ਕੋਈ ਇੱਕ ਦੂਜੇ ਲਈ ਅਜਨਬੀ ਨਹੀਂ ਹੈਗੇ, ਹਾਂਜੀ ਹਾਂਜੀ ਸਟ੍ਰੇਂਜਰ ਨਹੀਂ ਹੈਗੇ। ਅਸੀਂ ਤੁਹਾਡੇ ਚੋਂ ਆ, ਤੁਸੀਂ ਸਾਡੇ ਚੋਂ ਆ। ਠੀਕ ਹੈ ਜੀ। ਠੀਕ ਹੈ ਨਾ? ਹਾਂਜੀ ਹਾਂਜੀ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਮੁਸ਼ਕਲਾਤ ਜਾਣਬੁੱਝ ਕੇ ਪੈਦਾ ਕੀਤੀਆਂ ਹੋਈਆਂ ਆ, ਹਾਂਜੀ 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 ਕਿ ਇਹ ਨੇੜੇ ਨਾ ਹੋਣ। ਹਾਂਜੀ ਨੇੜੇ ਹੋਣ ਤੋਂ ਰੋਕਿਆ ਜਾ ਰਿਹਾ ਹੈ ਇਨਡਾਇਰੈਕਟਲੀ। ਹਾਂਜੀ ਤੇ ਜੇ ਗਵਰਨਮੈਂਟਾਂ ਨਹੀਂ ਜਾਣੀਆਂ ਨਾ ਜੀ। ਹਾਂਜੀ ਗਵਰਨਮੈਂਟਾਂ ਨਹੀਂ ਜਾਣੀ ਲਾ ਲਓ ਮਾਮਲਾ, ਜਿਹੜੇ ਕਿਸੇ ਤਰਫੋਂ ਵੀ ਲਾ ਲਓ, ਲੇਕਿਨ ਇੱਕ ਗੱਲ ਅਸੀਂ ਜ਼ਰੂਰ ਕਹਾਂਗੇ, ਪਾਕਿਸਤਾਨ ਦੀ ਗਵਰਨਮੈਂਟ ਜਿਹੜੀ ਤੁਹਾਨੂੰ ਵੀਜ਼ੇ ਦੇ ਰਹੀ ਨਹੀਂ, ਉਹ ਤਾਂ ਲਾਓ ਸਾਨੂੰ ਕਰਦੀ। ਠੀਕ ਹੈ ਜੀ। ਅੱਛਾ, ਹੁਣ ਓਪਨ ਵੀਜ਼ਾ ਬਹੁਤ ਦੇ ਰਹੇ ਆ ਪਾਕਿਸਤਾਨ ਦੀ ਗਵਰਨਮੈਂਟ। ਅੱਗੇ ਵੀ ਗੱਲ ਕਰਦੇ ਸੀ ਕਿ ਉਹਦੇ ਲਈ ਇੱਕ ਤਰੀਕਾਕਾਰ ਆ। ਹਾਂਜੀ ਮੋਸਟਲੀ ਅਸੀਂ 90% ਬੰਦੇ ਅਪਲਾਈ ਨਹੀਂ ਕਰਦੇ, ਘਰ ਬੈਠੇ ਕਹਿ ਦਿੰਦੇ ਜੀ ਗਵਰਨਮੈਂਟ ਵੱਲੋਂ ਸਾਨੂੰ ਵੀਜ਼ਾ ਨਹੀਂ ਮਿਲਿਆ ਜੀ, ਹਾਂਜੀ ਰਿਜੈਕਟ ਹੋ ਗਿਆ। ਅੱਛਾ, ਉਹਦੇ ਵਿੱਚ ਕੀ ਆ ਕਿ ਸਾਡੇ ਡਾਕੂਮੈਂਟ ਪੂਰੇ ਨਹੀਂ ਹੁੰਦੇ। ਹਾਂਜੀ ਜਦੋਂ ਸਾਡੇ ਡਾਕੂਮੈਂਟ ਨਹੀਂ ਪੂਰੇ ਹੋਣੇ ਤੇ ਸਾਨੂੰ ਉਹਨੇ ਇੱਕ ਮੁੰਡਾ ਭਰਤੀ ਕਰਾਉਣ ਜਾਂਦੇ ਆ, ਤੁਸੀਂ ਉਹਦੇ ਵਿੱਚ ਤੁਹਾਡੇ ਡਾਕੂਮੈਂਟ ਪੂਰੇ ਨਹੀਂ ਹੈਗੇ, ਉਹ ਕਿੱਦਾਂ ਭਰਤੀ ਹੋ ਜਾਊਗਾ? ਹਾਂਜੀ
ਡਾਕੂਮੈਂਟ ਪੂਰੇ ਕਰੋ, ਹਾਂਜੀ ਹਾਂਜੀ ਪਾਕਿਸਤਾਨ ਚੋਂ ਕਿਸੇ ਕੋ ਸਪਾਂਸਰ ਮੰਗਾਓ, ਹਾਂਜੀ ਹਾਂਜੀ ਗਵਰਨਮੈਂਟ ਤੁਹਾਨੂੰ ਵੀਜ਼ਾ ਦੇਣ ਤੋਂ ਇਨਕਾਰ ਨਹੀਂ ਕਰਦੀ। ਠੀਕ ਹੈ ਜੀ। ਲੇਕਿਨ ਤੁਹਾਡੇ ਵਾਲੀ ਸਾਈਡ ਤੇ ਸਾਡੇ ਲੋਕ ਵੀ ਜਾਣਾ ਚਾਹੁੰਦੇ ਆ, ਉਹਨਾਂ ਨੂੰ ਇਹ ਬਹੁਤ ਦਿੱਕਤ ਆ, ਉਹਨਾਂ ਨੂੰ ਹਾਂਜੀ ਸਿਰੇ ਤੋਂ 10-10 ਵਾਰੀ ਵੀ 11-11 ਵਾਰੀ ਵੀ ਅਪਲਾਈ ਕੀਤਾ, ਵੀਜ਼ਾ ਨਹੀਂ ਮਿਲਿਆ। ਮੈਂ ਚਲੋ ਤਾਂ ਜੀ ਬਾਬਾ ਇਹ ਰਾਣਾ ਕਿਰਪਾ ਕਰੂਗਾ ਜੀ। ਸਾਡਾ ਖੂਨ ਇੱਕ, ਸਾਡੀ ਬੋਲੀ ਇੱਕ, ਸਾਡੇ ਪੰਜਾਬ ਇੱਕ, ਗੱਭੇ ਦੀ ਦਰਾੜ ਪਾਤੀ ਲਈ ਖਿੱਚ ਕੇ ਪੰਜਾਬਾਂ ਦੀ ਵੰਡ ਕਰਤੀ। ਵੰਡ ਦੋਨਾਂ ਪੰਜਾਬਾਂ ਦੀ ਹੋਈ ਆ, ਹੋਰ ਕੋਈ ਸਟੇਟ ਨਹੀਂ ਛੇੜੀ ਹੈਗੀ ਇਹਨਾਂ ਨੇ, ਦੋਨਾਂ ਪੰਜਾਬਾਂ ਦੀ ਵੰਡ ਹੋਈ ਹੈ, ਨੁਕਸਾਨ ਹੋਰ ਕੋਈ ਕਿਹੜਾ ਸਟੇਟ ਦੀ। ਹੋਇਆ? ਹਾਂਜੀ ਹਾਂਜੀ ਦੋਨਾਂ ਪੰਜਾਬਾਂ ਦਾ ਨੁਕਸਾਨ ਬਹੁਤ ਹੋਇਆ ਪਾਰਟੀਸ਼ਨ ਦਾ, ਬਹੁਤ ਨੁਕਸਾਨ ਹੋਇਆ ਜੀ। ਉਹਦਾ ਤਾਂ ਮੋੜਾ ਹੀ ਨਹੀਂ ਉਹਦਾ ਮੋੜਿਆ ਜਾ ਖਮਿਆਜਾ ਸਕਦਾ। ਕੋਈ ਨਾ ਮੁੜਨਾ ਨਾ ਮੁੜ ਸਕਦਾ ਜੀ, ਉਹਦਾ ਖਮਿਆਜਾ ਨਹੀਂ ਮੁੜ ਸਕਦਾ ਜੀ। ਅੱਛਾ, ਇਹ ਇੱਕ ਬੜਾ ਹੋਇਆ ਦਲਜੀਤ ਭਾਈ ਕਿ ਜਿਹੜਾ ਆਪਾਂ ਆਹ ਰਿਕਾਰਡਿੰਗ ਕਰ ਲਈ ਆ ਹਾਂਜੀ 1947 ਦੇ ਬਜ਼ੁਰਗ ਜਿਹੜੇ ਗਵਾਹ ਚਸ਼ਮਦੀਦ ਦਾ, ਆਪਾਂ ਨੂੰ ਰਿਕਾਰਡ ਕਰ ਲਿਆ, ਹਾਂਜੀ ਨਹੀਂ ਤਾਂ ਕਿਸੇ ਨੇ ਮੰਨਣਾ ਹੀ ਨਹੀਂ ਸੀ, ਆਉਣ ਵਾਲੀ ਨਸਲ ਨੇ, ਆਉਣ ਵਾਲੀ ਪੀੜ੍ਹੀ ਨੇ, ਵੀ ਇੰਨਾ ਜ਼ੁਲਮ ਕਿੱਦਾਂ ਹੋ ਸਕਦਾ। ਕਿਸਾਨਾ ਸਾਹਿਬ ਉਹੀ ਤਾਂ ਮੈਂ ਕਹਿ ਰਿਹਾ, ਮੈਂ ਤੁਹਾਡਾ ਬਹੁਤ ਵੱਡਾ ਉਪਰਾਲਾ, ਤੁਸੀਂ ਪਾਰਟੀਸ਼ਨ ਟਾਈਮ ਦੇ ਜਿਹੜੇ ਵਿਛੜੇ ਹੋਏ ਪਰਿਵਾਰਾਂ ਦਾ ਤੁਸੀਂ ਮੇਲ ਕਰਾਇਆ, ਤੁਸੀਂ ਕਰਤਾਰਪੁਰ ਸਾਹਿਬ ਵਿੱਚ ਜਾ ਕੇ ਵੀ ਮੇਲ ਕਰਾਇਆ। ਹਾਂਜੀ ਹਾਂ, ਸਰਹੱਦਾਂ ਖਤਮ ਹੋ ਗਈਆਂ ਮੇਲ ਦੇ ਨਾਲ ਜੀ, ਮਤਲਬ ਵੀ ਸਰਹੱਦਾਂ ਵੀ ਹੁਣ ਮੇਲ ਜੋਲ ਵੱਧ ਗਏ। ਤੁਸੀਂ ਆਪਣੇ ਚੈਨਲ ਦੇ ਜ਼ਰੀਏ ਬਹੁਤ ਆਪਣੇ 80 70 75 ਸਾਲ ਤੋਂ ਵਿਛੜੇ ਪਰਿਵਾਰਾਂ ਦੇ ਮੇਲ ਕਰਾਤੇ, ਜਿਨ੍ਹਾਂ ਨੂੰ ਕਦੇ ਆਸ ਹੀ ਨਹੀਂ ਸੀ। ਹਾਂਜੀ, ਦਿਲਾਂ ਦੇ ਵਿੱਚ ਪਿਆਰ ਹਿੱਸ ਮੁਹੱਬਤ ਹੋਈ ਹੈ ਕਿ ਨਹੀਂ। ਜਦੋਂ ਆਪਣੇ ਬੰਦਿਆਂ ਨੂੰ ਦੇਖਦੇ ਤੇ ਬਹੁਤ ਖੁਸ਼ ਹੁੰਦੇ ਆ ਆਪਾਂ ਵੀ, ਜਿਵੇਂ ਇੱਥੋਂ ਦੇ ਬੰਦੇ ਖੁਸ਼ ਹੁੰਦੇ ਆ, ਅਸੀਂ ਵੀ ਚਾਹੁੰਦੇ ਹਾਂ ਕਿ ਉਹ ਉੱਥੇ ਆਣ, ਅਸੀਂ ਵੀ ਉਹਨਾਂ ਦੀ ਥੋੜੀ ਸੇਵਾ ਕਰੀਏ। ਅੱਜ ਤੋਂ ਕੋਈ 5-7 ਸਾਲ ਪਿੱਛੇ ਜਾਈਏ ਨਾ, ਤੇ ਇੰਡੀਆ ਸਾਈਡ ਦੇ ਫੋਨ ਤੋਂ ਪਾਕਿਸਤਾਨੀ ਸਾਈਡ ਵਾਲੇ ਡਰਦੇ ਸੀ, ਪਾਕਿਸਤਾਨੀ ਸਾਈਡ ਤੋਂ ਗਈ ਹੋਈ ਕਾਲ ਤੋਂ ਇੰਡੀਆ ਵਾਲੇ ਉਸੇ ਟਾਈਮ ਬਲਾਕ ਕਰ ਦਿੰਦੇ ਸੀ। ਮੈਨੂੰ ਪਤਾ, ਮੈਂ ਆਪਣੇ ਪਿੰਡ ਦੇ ਬੰਦਿਆਂ ਨੂੰ ਬੜੀ ਪਹੁੰਚ ਕਰਕੇ ਮਿਲਿਆ ਸੀ, ਤਾਂ ਉਹਨਾਂ ਨੇ ਤੀਏ ਦਿਨ ਬਲਾਕ ਕਰਤਾ ਸੀ, ਕਿਉਂਕਿ ਡਰ ਹੀ ਨਾ ਪਾਇਆ ਸੀ। ਦੇਖੋ ਜੀ, ਹੁਣ ਇਹਨਾਂ ਨੇ ਇੱਕ ਇਹਨਾਂ ਨੇ ਫਵਾਰਡ ਆਈ ਹੋਈ ਹੈ ਵੀ ਜਿਹੜੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਪਾਸਪੋਰਟ ਦੇ ਉੱਤੇ, ਤੁਹਾਨੂੰ ਹੋਰ ਦੇਸ਼ ਦਾ ਵੀਜ਼ਾ ਨਹੀਂ ਮਿਲਣਾ। ਹੁਣ 25 ਲੱਖ ਪਾਕਿਸਤਾਨੀ ਬਾਹਰਲੀਆਂ ਫੋਰਨ ਕੰਟਰੀਆਂ 'ਚ ਬੈਠਾ ਹੈ, ਉਹ ਕਿਵੇਂ ਚਲੇ ਗਿਆ ਜੀ? ਅਗਰ ਜੇ ਇਹ ਗੱਲ ਹੈ ਵੀ ਵੀਜ਼ਾ ਨਹੀਂ ਮਿਲਣਾ, ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਤੇ ਆਏ ਆ ਵੀ ਵੀਜ਼ਾ ਸਟੈਂਪ ਦੀ ਜੇ ਲੱਗੀ ਵੀ ਵੀਜ਼ਾ ਨਹੀਂ ਮਿਲੂਗਾ, ਗਲਤ ਬਾਤ ਹੈ। ਲੋਕਾਂ ਦੇ ਮਨਾਂ ਦੇ ਵਿੱਚ ਗਲਤ ਵਹਿਮੀਆਂ ਪਾਈਆਂ ਸਰਕਾਰਾਂ ਨੇ। ਇਹੀ ਜੀ ਕੋਈ ਵੀ ਗੱਲਬਾਤ ਨਹੀਂ ਹੈ ਵੀ ਜੇ ਪਾਕਿਸਤਾਨ ਦਾ ਵੀਜ਼ਾ ਲੱਗਦਾ ਤਾਂ ਹੋਰ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਮਿਲੂਗਾ। ਏਦਾਂ ਨੇ ਆਪਣੇ ਵੱਧ ਪੈਸੇ ਲੈਣੇ, ਹਾਂਜੀ, ਏਜੰਟਾਂ ਨੇ ਵੱਧ ਪੈਸੇ ਲੈਣੇ ਹੁੰਦੇ ਨੇ ਜੀ, ਉਹ ਵੀ ਉਹਦੇ ਕਰਕੇ ਹੋਈ ਜਾਂਦਾ। ਆਪਣੀ ਨਾਕਾਮੀ ਜਿਹੜੀ ਹੈ ਨਾ, ਉਹ ਨਾਅਹਲੀ ਜਿਹੜੀ, ਉਹ ਇਸ ਗੱਲ ਤੇ ਪਾ ਦਿੰਦੇ ਆ। ਹਾਂਜੀ 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 ਹਾਂਜੀ, ਜਿੱਥੇ ਸਾਡਾ ਪਿਆਰ ਮੁਹੱਬਤ ਆ ਉੱਥੇ ਸਾਡਾ ਥੋੜਾ ਜਿਹਾ ਗਿਲਾ ਵੀ ਹੈ। ਅੱਛਾ ਜੀ, ਬਿਲਕੁਲ ਸਿਰ ਮੱਥੇ ਤੇ ਤੁਹਾਡਾ ਗਿਲਾ। ਹਾਂਜੀ ਹਾਂਜੀ ਹਾਂ, ਦੇਖੋ ਅੱਗੇ ਜਦ 2022 ਦੇ ਵਿੱਚ ਅਸੀਂ ਆਏ ਜਦ ਸਾਰਾ ਹੀ ਕੁਝ ਵਾਹਗਾ ਬਾਰਡਰ ਤੇ ਉਹਨਾਂ ਨੇ ਲੈ ਲਿਆ ਸੀ, ਬੱਸਾਂ ਦਾ ਕਿਰਾਇਆ, ਟ੍ਰੇਨ ਦਾ ਕਿਰਾਇਆ ਇੱਕੋ ਵਾਰ ਲੈ ਲਿਆ ਸੀਗਾ। ਹੁਣ ਇੱਕਣ ਵਾਰ-ਵਾਰ ਪੰਜਾ ਸਾਹਿਬ ਆਏ, 150 ਰੁਪਈਆ ਆਉਣ ਦਾ, 200 ਰੁਪਈਆ ਜਾਣ ਦਾ, ਕੱਲ 100 ਰੁਪਈਆ ਲੈ ਲਿਆ ਜੀ ਉਰੇ ਤੱਕ, ਸਟੇਸ਼ਨ ਤੋਂ ਉਰੇ ਤੱਕ ਦਾ। ਇਹ ਵੈਸੇ ਜੀ ਇਹ ਗਲਤ ਕੰਮ ਆ। ਜੋ ਕੁਝ ਲੈਣਾ ਮੁਸ਼ਤ ਸਾਤੋਂ ਵੀ ਲੈ ਲਿਆ ਤੇ ਕੱਲਾ ਵੀ ਲਈ ਜਾਂਦੇ ਆ। ਹਾਂਜੀ, ਕੱਲਾ ਵੀ ਲਈ ਜਾਂਦੇ ਨੇ। ਹਾਂਜੀ, ਵੀ ਜਾਣੀ ਸਾਤੋਂ ਜੋ ਕੁਝ ਲੈਣਾ ਸਾਤੋਂ ਜਿਹੜੀ ਵੀ ਸੰਗਤ ਅੱਗੇ ਵਾਸਤੇ ਆਵੇ, ਸਾਰਾ ਕੁਝ ਬਾਰਡਰ ਤੇ ਹੀ ਲਿਆ ਜਾਵੇ। ਹੱਥ ਬੰਨ੍ਹ ਕੇ ਬੇਨਤੀ ਹੈ, ਇੱਕੋ ਵਾਰੀ ਲੈ ਲਿਆ, ਇੱਕੋ ਵਾਰੀ ਲਿਆ ਜਾਵੇ, ਵਾਰ-ਵਾਰ ਪਰੇਸ਼ਾਨ ਨਾ ਕਰਿਆ ਜਾਵੇ। ਹਾਂਜੀ, ਵਾਰ-ਵਾਰ ਪਰੇਸ਼ਾਨ ਨਾ ਕਰਿਆ ਜਾਵੇ, ਸਾਡੀ ਹੱਥ ਬੰਨ੍ਹ ਕੇ ਇਹੀ ਬੇਨਤੀ ਆ ਆਵਾਮ ਨੂੰ। ਤੇ ਬਾਕੀ ਇਹ ਪ੍ਰਸ਼ਾਸਨ ਵਾਲੇ ਨੂੰ, ਜੋ ਇਧਰ ਗਵਰਨਮੈਂਟ ਇਧਰਲੇ ਪ੍ਰਬੰਧਕ ਕਮੇਟੀਆਂ SGPC ਨੂੰ, ਵੀ ਉੱਥੇ ਬਾਰਡਰ ਦੇ ਉੱਤੇ ਹੀ ਕਰ ਲਿਆ ਕਰਨ ਜੀ ਹਿਸਾਬ ਕਿਤਾਬ ਜਿਹੜਾ ਕਰਨਾ। ਤੁਹਾਡਾ ਸੁਨੇਹਾ ਪਹੁੰਚ ਗਿਆ ਜੀ। ਹਾਂਜੀ ਹਾਂਜੀ ਹਾਂ। ਤੇ ਬਾਕੀ ਜੀ ਸਾਡੇ ਨਾਲ ਸਾਡੇ ਚੜ੍ਹਦੇ ਪੰਜਾਬ ਦੇ ਬਹੁਤ ਹੀ ਪਿਆਰੇ ਜੀ ਸਾਡੇ ਨਾਲ ਮੌਜੂਦ ਸੀਗੇ। ਦਲਜੀਤ ਭਾਜੀ ਨਾਲ ਤਾਂ ਸਾਡੀ ਪਹਿਲੇ ਵੀ ਮੁਲਾਕਾਤ ਹੋਈ ਸੀ, ਜਦੋਂ ਪਿਛਲੀ ਵਾਰੀ ਆਏ ਸੀ, ਕਾਇਦੇ ਵੀ ਲੈ ਕੇ ਸਾਡੇ ਲਈ ਆਏ ਸੀ। ਹਾਂਜੀ, ਗੁਰਮੁਖੀ ਦੇ ਕਾਇਦੇ ਜੀ। ਹਾਂਜੀ, ਉਹ ਸਾਡੇ ਤੱਕ ਪਹੁੰਚ ਵੀ ਗਏ ਸੀਗੇ। ਤੇ ਇਨਸ਼ਾਅੱਲਾ ਇਹੀ ਦੁਆ ਆ, ਇਹੀ ਕੋਸ਼ਿਸ਼ ਆ ਕਿ ਸਾਡਾ ਜਿਹੜਾ ਲਹਿੰਦਾ ਚੜ੍ਹਦਾ ਪੰਜਾਬ ਹੈ, ਇਹਦੀ ਨੇੜਤਾ ਹੋ ਜਾਵੇ, ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਤਜਾਰਤ ਸਾਂਝੀ ਹੋ ਜਾਵੇ। ਹਾਂਜੀ ਹਾਂ, ਸਾਂਝੀ ਆਣ ਜਾਣ ਸੌਖਾ ਹੋ ਜਾਵੇ। ਤੇ ਸਾਡੀ ਜਿਹੜੀ, ਚਲੋ ਅਸੀਂ ਨਹੀਂ ਅਗਰ ਫਰਜ਼ ਕਰ ਲਓ ਜਾ ਸਕੇ, ਹੋ ਸਕਦਾ ਸਾਡੇ ਬੱਚੇ ਜਿਹੜੇ ਸਾਡੇ ਆਪਣੇ ਦਾਦੇ ਪੜਦਾਦੇ ਦਾ ਪਿੰਡ ਜਾ ਕੇ ਦੇਖ ਲੈਣਗੇ। ਅਸੀਂ ਅਰਦਾਸਾਂ ਕਰਦੇ ਹਾਂ, ਸਾਡੀਆਂ ਅਰਦਾਸਾਂ ਪ੍ਰਮਾਤਮਾ ਪੂਰੀਆਂ ਕਰ ਦੇਵੇ, ਆਮੀਨ। ਖੁੱਲੇ ਦਰਸ਼ਨ ਦਿਦਾਰੇ ਹੋਣ, ਕੋਈ ਰਾਹ ਦੇ ਵਿੱਚ ਕੋਈ ਬਾਰਡਰ, ਕੋਈ ਕਿਸੇ ਕਿਸਮ ਦੀ ਕੋਈ ਚੀਜ਼ ਨਾ ਹੋਵੇ ਜੇ ਆਈ ਕਾਰਡ ਲੈ ਕੇ ਮਤਲਬ ਆਉਣ, ਕੋਈ ਪਾਸਪੋਰਟ ਦਾ ਕੋਈ ਚੱਕਰ ਪਵੇ ਨਾ ਜੀ, ਸਿੱਧੇ ਦਰਸ਼ਨ ਦਿਦਾਰੇ ਕਰਨ। ਤੁਸੀਂ ਵੀ ਉਧਰ ਆਵੋ, ਆਪਣੇ ਅਜਮੇਰ ਸ਼ਰੀਫ ਦੇ ਜਿਹੜੇ ਹੋਰ ਤੁਹਾਡੇ ਇੱਧਰ ਪੁਰਖਿਆਂ ਦੇ ਪਿੰਡ ਨੇ, ਤੁਸੀਂ ਦਰਸ਼ਨ ਕਰੋ ਜਾ ਕੇ ਉਹਨਾਂ ਦੇ। ਸਰਹੰਦ ਫਤਿਹਗੜ੍ਹ ਸਾਹਿਬ ਹੁਣ ਕਈ ਬਜ਼ੁਰਗ ਤਾਂ ਇਹੋ ਜਿਹੇ ਸੀਗੇ ਵਿੱਚ ਇੱਧਰ ਪਾਕਿਸਤਾਨ ਦੇ ਵਿੱਚ ਵੀ ਨੇ, ਪਾਰਟੀਸ਼ਨ ਦੇ ਟਾਈਮ ਵਿਚਾਰੇ ਉਹ ਤਰਸਦੀ ਮਰ ਗਏ ਆਪਣੀ ਜਨਮ ਭੂਮੀ ਦੇਖਣ ਨੂੰ। ਬਹੁਤ ਤਾਦਾਦ ਆ ਸੀ, ਬਿਲਕੁਲ ਗੱਲ ਕਰਦੇ ਉਹਨਾਂ ਤੋਂ ਸਾਡਾ ਦੇਸ਼ ਕਹਿੰਦੇ ਚਲੇ ਗਏ, ਉਹਨਾਂ ਤੋਂ ਜਾ ਹੀ ਨਹੀਂ ਹੋਏ ਆਪਣੇ। ਭਾਵਕ ਹੋ ਗਈ ਸਾਡੇ ਵੀਰ। ਇਹ ਆ ਮੁਹੱਬਤ, ਇਹ ਆ ਜਿਹੜੀ ਅੰਦਰੋਂ, ਜਿਹਨੂੰ ਆਪਾਂ ਹੂ ਕਹਿੰਦੇ ਉੱਠਦੇ ਆ, ਉਹ ਉੱਠਦੀ ਆ, ਉਹ ਹੈ ਮਿਲਣ ਦੀ, ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠੇ ਹੋ ਜੀ, ਅਸੀਂ ਮਿਲ ਲਈਏ ਇੱਕ ਦੂਜੇ ਨੂੰ। ਸਾਡੇ ਜਿਹੜੇ ਬਜ਼ੁਰਗ ਆਪਣੀਆਂ ਉਹ ਹਸਰਤਾਂ ਲੈ ਕੇ ਦੁਨੀਆ ਤੋਂ ਚਲੇ ਗਏ ਆ, ਉਹ ਗਾਂ ਜਿਹੜੇ ਸਾਡੇ ਰਹਿੰਦੇ ਆ ਥੋੜੇ ਜਿਹੇ ਬਜ਼ੁਰਗ, ਉਹ ਨਾ ਲੈ ਕੇ ਜਾਣ, ਉਹ ਇੱਕ ਦੂਜੇ ਨੂੰ ਮਿਲ ਜਾਣ ਜੀ। ਬਹੁਤ ਸ਼ੁਕਰੀਆ ਜੀ ਸਾਡੇ ਭਾਈ ਦਾ, ਉਹਨਾਂ ਦੇ ਜਜ਼ਬਾਤ ਜਿਹੜੇ ਤੁਸੀਂ ਦੇਖ ਲਏ ਆ। ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਹਾਂਗੇ ਜੀ। ਰੱਬ ਰਾਖਾ ਜੀ। ਚਲੋ ਪਰਮਾਤਮਾ
ਤੁਹਾਡਾ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਦੋਂ ਵੱਧ ਉਪਰਾਲਾ ਕਰਕੇ ਲੋਕਾਂ ਦੀ ਸਾਂਝ ਵਧਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਤੁਹਾਨੂੰ ਬੁਲੰਦੀਆਂ ਤੇ ਲੈ ਕੇ ਦਿਲ ਸਦਕੇ ਤੇ ਜੀ ਆਇਆਂ ਨੂੰ, ਸੋਹਣੀ ਪੱਗ ਵਾਲੇ